ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕਾ। ਮੁਖ ਊਜਲ ਸਦਾ ਸੁਖੀ, ਨਾਨਕ ਸਿਮਰਤ ਏਕਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੈਤ ਸਰੀ ਮਹਲਾ ਪੰਜਵਾ। ਗੋਬਿੰਦ ਜੀਵਨ ਪ੍ਰਾਨ ਧਨ ਰੂਪਾ, ਅਗਿਆਨ ਮੋਹ ਮਗਨ ਮਹਾ ਪ੍ਰਾਨੀ। ਅੰਧਿਆਰੇ ਮਹਿ ਦੀਪਾ, ਗੋਬਿੰਦ ਜੀਵਨ ਪ੍ਰਾਨ ਧਨ ਰੂਪਾ, ਅਗਿਆਨ ਮੋਹ ਮਗਨ ਮਹਾ ਪ੍ਰਾਨੀ। ਅੰਧਿਆਰੇ ਮਹਿ ਦੀਪਾ। ਰਹਾਉ। ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮਾ, ਚਰਨ ਕਮਲ ਆਨੂਪ। ਅਨੇਕ ਵਾਰ ਕਰੋ ਤਹ ਵੰਦਨਾ, ਮਨਿ ਚਰਾਵੋ ਧੂਪ। ਹਾਰ ਪਰਿਓ ਤੁਮਰੈ ਪ੍ਰਭ ਦੁਆਰੈ, ਦ੍ਰਿੜ ਕਰ ਗਹੀ ਤੁਮਾਰੀ ਲੂਕ। ਕਾਢ ਲਿਓ ਨਾਨਕ ਆਪਣੇ ਕੋ, ਸੰਸਾਰ ਪਾਵਕ ਕੇ ਕੂਪ। ਹਾਰ ਪਰਿਓ ਤੁਮਰੈ ਪ੍ਰਭ ਦੁਆਰੈ, ਦ੍ਰਿੜ ਕਰ ਗਹੀ ਤੁਮਾਰੀ ਲੂਕ। ਕਾਢ ਲਿਹੋ ਨਾਨਕ ਆਪਣੇ ਕੋ, ਸੰਸਾਰ ਪਾਵਕ ਕੇ ਕੂਪ। ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ, ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰ ਦਰਬਾਰ ਦੀਆਂ ਹਾਜ਼ਰੀਆਂ ਭਰ ਸੇਵਾ ਅਤੇ ਸਿਮਰਨ ਕਰ। ਸਤਿਗੁਰਾਂ ਦੇ ਦਰ ਨਤਮਸਤਕ ਹੋ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧੰਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ ਗਿਆਨ ਗੁਰੂ ਸ਼ਬਦ ਸਰੂਪ। ਚਾਵਰ ਛਤਰ ਤਖਤ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਆਪ ਜੀ ਨੇ ਨਿਤਨੇਮ ਅਤੇ ਹੋਰ ਬੇਅੰਤ ਗੁਰਬਾਣੀਆਂ ਗੁਰ ਇਤਿਹਾਸ ਸਰਵਣ ਕੀਤਾ, ਜਿਹਦੇ ਵਿੱਚ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਨੂੰ ਪਾੜ ਕੇ ਹਾਥੀ ਨੂੰ ਵਾਪਸ ਘੱਲ ਦੇਣਾ ਤੇ ਹਾਥੀ ਨੇ ਆਪਣੀਆਂ ਹੀ ਫੌਜਾਂ ਨੂੰ ਮਦਹੋਸ਼ ਨਸ਼ੇ ਦੇ ਵਿੱਚ ਲਤਾੜ ਦੇਣਾ। ਜੋ ਵੀ ਮੂਹਰੇ ਆ ਰਿਹਾ ਹਾਥੀ ਤਹਿਸ ਨਹਿਸ ਕਰਦਾ ਵਾਪਸ ਪਰਤ ਗਿਆ। ਤੇ ਗੁਰੂ ਕੇ ਸਿੰਘਾਂ ਨੇ ਉਸ ਸਮੇਂ ਦਾ ਜੋ ਮੁਗਲ ਆਗੂ ਸੀ, ਜੋ ਫੌਜਦਾਰ ਬਣ ਕੇ ਚੜ੍ਹ ਕੇ ਆਇਆ, ਉਹਦਾ ਸਿਰ ਵੱਢ ਕੇ ਵੀ ਗੁਰੂ ਚਰਨਾਂ ਵਿੱਚ ਸੁੱਟਿਆ। ਸੋ ਇਸੇ ਤਰ੍ਹਾਂ ਇਤਿਹਾਸਕ ਵਿਚਾਰਾਂ ਤੇ ਸਤਿਗੁਰਾਂ ਦੇ ਮੁਬਾਰਕ ਹੁਕਮ ਦੀਆਂ ਵਿਚਾਰਾਂ ਆਪ ਸਭ ਸੰਗਤ ਰੋਜ਼ਾਨਾ ਸਰਵਣ ਕਰਦੇ ਹੋ। ਆਓ ਆਪਣੀ ਸੁਰਤ ਬਿਰਤ ਨੂੰ ਇਕਾਗਰ ਕਰੋ, ਗੁਰੂ ਚਰਨਾਂ ਦਾ ਧਿਆਨ ਧਰੋ। ਇਉਂ ਜਾਣੋ ਅਸੀਂ ਗੁਰੂ ਕੇ ਮਹਿਲ ਵਿੱਚ ਗੁਰੂ ਦੇ ਸਾਹਮਣੇ ਨਿਮਾਣੇ ਸਿੱਖ ਬਣ ਕੇ ਬੈਠੇ ਹਾਂ ਤੇ ਗੁਰੂ ਸਾਡੇ ਸਾਹਮਣੇ ਤਖਤ 'ਤੇ ਵਿਰਾਜਮਾਨ ਸਾਨੂੰ ਨਿਹਾਰ ਰਿਹਾ ਹੈ। ਗੁਰੂ ਸਾਹਿਬ ਨੂੰ ਆਪਣੇ ਨੇੜੇ ਸਮਝ ਜਾਣ, ਇਕਾਗਰ ਚਿੱਤ ਹੋ ਦੋਨੋਂ ਹੱਥ ਜੋੜ ਕੇ ਗੰਜ ਵੱਜ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬੇਅੰਤ ਮਹਿਮਾ ਕਿਰਪਾ ਹੈ। ਉਹ ਨਗਰ, ਉਹ ਪਿੰਡ, ਉਹ ਸ਼ਹਿਰ, ਉਹ ਥਾਂ ਭਾਗਾਂ ਵਾਲੇ ਹੁੰਦੇ ਹਨ ਜਿੱਥੇ ਗੁਰੂ ਦੀ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੋਵੇ। ਉਹ ਸਰੀਰ ਭਾਗਾਂ ਵਾਲੇ ਹੁੰਦੇ ਹਨ ਜੋ ਗੁਰ ਸ਼ਬਦ ਨੂੰ ਸੁਣ ਕੇ ਆਪਣਾ ਜੀਵਨ ਸੁਧਾਰ ਲੈਂਦੇ ਨੇ। ਉਹ ਸਰੀਰ
ਭਾਗਾਂ ਵਾਲੇ ਨੇ ਜਿਨ੍ਹਾਂ ਤੇ ਗੁਰੂ ਦੀ ਰਹਿਮਤ ਹੋ ਜਾਂਦੀ ਹੈ। ਚੋਟ ਸਹਾਰਾ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਜਿਹੜਾ ਸ਼ਬਦ ਦੀ ਚੋਟ ਨੂੰ ਸਹਾਰ ਕੇ ਆਪਣਾ ਜੀਵਨ ਬਦਲ ਲਵੇ। ਕਈ ਵਾਰ ਮੇਰੇ ਵਰਗਿਆਂ ਦੀ ਸਾਰੀ ਉਮਰ ਹੀ ਬੀਤ ਜਾਂਦੀ ਹੈ ਗੁਰ ਸ਼ਬਦ ਪੜ੍ਹਦਿਆਂ ਦੀ, ਸੁਣਦਿਆਂ ਦੀ, ਪਰ ਸਮਝ ਫੇਰ ਨਹੀਂ ਆਉਂਦੀ ਵੀ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਤੇ ਕੀ ਕਰਨਾ ਚਾਹੀਦਾ। ਇਹ ਗੱਲ ਮੈਂ ਆਪਣੇ ਤੇ ਕਹਿ ਰਿਹਾ ਜੀ। ਰੋਜ਼ ਗੁਰ ਸ਼ਬਦ ਦੀ ਵਿਚਾਰ ਹੁੰਦੀ ਹੈ, ਗੁਰੂ ਗੋਦ ਵਿੱਚ ਬੈਠਿਆਂ ਗੁਰ ਸ਼ਬਦ ਵਿਚਾਰ ਗੁਰੂ ਦੀ ਮੱਤ ਬੁੱਧ ਅਨੁਸਾਰ ਕਰਕੇ ਚੱਲ ਜਾਈਦਾ। ਪਰ ਦਿਨੇ ਜਾਣੇ ਅਣਜਾਣੇ ਫੇਰ ਕੋਈ ਨਾ ਕੋਈ ਭੁੱਲ ਗਲਤੀ ਹੋ ਜਾਂਦੀ ਹੈ। ਭੁੱਲ ਜਾਂਦੇ ਹਾਂ ਗੁਰੂ ਸਾਹਿਬ ਨੇ ਕੀ ਸਮਝਾਇਆ ਸੀ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਸਾਰੇ ਭੁੱਲਣ ਹਾਰੇ ਆ। ਜਿਹੜਾ ਕਰਤਾ ਭਾਵ ਹੈ, ਸ੍ਰਿਸ਼ਟੀ ਨੂੰ ਸਾਜਣ ਵਾਲਾ ਮਾਲਕ ਹੈ, ਉਹ ਆਪ ਨਹੀਂ ਭੁੱਲਦਾ। ਉਹ ਸ਼ੱਕਰਖੋਰ ਕੀੜੇ ਨੂੰ ਪੱਥਰ ਦੇ ਵਿੱਚ ਬੰਦ ਕਰਕੇ ਵੀ ਭੋਜਨ ਦੇ ਦਿੰਦਾ, ਖੁਰਾਕ ਦੇ ਦਿੰਦਾ, ਉਹਦੇ ਮੂੰਹ ਵਿੱਚ ਸ਼ੱਕਰ ਪਾ ਦਿੰਦਾ। ਇਹ ਸੰਤ ਗਿਆਨੀ ਹਰਨਾਮ ਸਿੰਘ ਜੀ, ਜੇ ਮੈਨੂੰ ਨਾਮ ਨਾ ਵਿਸਰਦਾ ਹੋਵੇ, ਦਮਦਮੀ ਟਕਸਾਲ ਦੇ ਮੁਖੀ, ਕਹਿੰਦੇ ਲੰਘ ਰਹੇ ਸਨ ਤੇ ਜਿੱਥੋਂ ਲੰਘ ਰਹੇ ਸਨ ਉੱਥੇ ਨਾ ਸੇਵਾ ਚੱਲ ਰਹੀ ਸੀ ਪੱਥਰ ਤੋੜਨ ਦੀ। ਤੇ ਜਦੋਂ ਪੱਥਰ ਭੰਨਿਆ ਵੀ ਪੱਥਰ ਵੀ ਥੋੜ੍ਹਾ ਵੱਡੇ ਆਕਾਰ ਦਾ, ਕਿਸੇ ਪਾਸਿਓਂ ਕੋਈ ਰਸਤਾ ਵੀ ਨਹੀਂ, ਤੇ ਉਹਦੇ ਵਿੱਚੋਂ ਸ਼ੱਕਰਖੋਰ ਕੀੜਾ ਸ਼ੱਕਰ ਖਾਂਦਾ ਨਿਕਲਿਆ। ਸਿਰ ਸਿਰ ਰਿਜਕ ਸੰਵਾਹੇ ਠਾਕੁਰ ਕਾਹੇ ਮਨ ਭਉ ਕਰਿਆ। ਉਹ ਪਰਮਾਤਮਾ ਸਭ ਦੇ ਸਿਰ ਤੇ ਹੈ, ਪਰਮਾਤਮਾ ਸਭ ਦੇ ਅੰਦਰ ਹੈ। ਪਰਮਾਤਮਾ ਦੀ ਹੀ ਇਹ ਸਾਰੀ ਸ੍ਰਿਸ਼ਟੀ ਰਚਾਈ ਹੋਈ ਹੈ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜਿੱਥੇ ਜਿਹਦਾ ਚੋਗ ਦਾਣਾ ਉਸ ਪਰਮਾਤਮਾ ਨੇ ਖਿਲਾਰ ਦਿੱਤਾ, ਉਹ ਉੱਥੇ ਹੀ ਚੁਗਦਾ ਹੈ। ਕੂੰਜਾਂ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਆ ਜਾਂਦੀਆਂ ਨੇ ਨਾ, ਊਡੇ ਊਡ ਆਵੈ ਸਹਿ ਕੋਸਾਂ, ਤਿਸ ਪਾਛਾ ਵਚਰੇ ਸ਼ਰਿਆ। ਤੈਨੂੰ ਕਵਣ ਖਿਲਾਵੈ, ਕੌਣ ਉਹਨਾਂ ਨੂੰ ਸੰਭਾਲਦਾ ਪਿੱਛੇ। ਕਵਣ ਖਿਲਾਵੈ ਕਵਣ ਚੁਗਾਵੈ, ਕੌਣ ਉਹਨਾਂ ਨੂੰ ਚੋਗਾ ਚੁਗਣਾ ਸਿਖਾਉਂਦਾ। ਮਨ ਮੈਂ ਸਿਮਰਨ ਕਰਿਆ, ਬੜੀ ਤਾਕਤ ਹੈ ਸਿਮਰਨ ਦੇ ਵਿੱਚ। ਕੋਈ ਮਨ ਕਰਕੇ, ਮਨ ਲਾ ਕੇ ਸਿਮਰਨ ਕਰੇ, ਧਿਆਨ ਧਰੇ ਉਸ ਪਰਮ ਪਿਤਾ ਪਰਮਾਤਮਾ ਦਾ। ਤੇ ਕੋਇਲ ਕਿੰਨੀ ਗਿਆਨਵਾਨ ਹੈ। ਕਾਂ ਦੇ ਆਲਣੇ 'ਚ ਆਪਣੇ ਬੱਚਿਆਂ ਨੂੰ, ਆਂਡਿਆਂ ਨੂੰ ਪਾਲ ਲੈਂਦੀ ਹੈ। ਗਿਆਨ ਹੋਵੇ ਤੇ ਕੋਇਲ ਵਰਗਾ, ਧਿਆਨ ਹੋਵੇ ਤੇ ਕੂੰਜ ਵਰਗਾ। ਸਿੱਖ ਨੂੰ ਗਿਆਨ, ਧਿਆਨ, ਸਾਰੀਆਂ ਚੀਜ਼ਾਂ ਦੀ ਲੋੜ ਹੈ। ਜੇ ਇਕੱਲਾ ਗਿਆਨ ਹੈ ਤਾਂ ਵੀ ਸਿੱਖ ਦਾ ਜੀਵਨ ਕੋਈ ਖਾਸ ਨਹੀਂ। ਧਿਆਨ ਵੀ ਹੋਣਾ ਚਾਹੀਦਾ ਹੈ, ਤੇ ਪਰ ਗਿਆਨ ਅਤੇ ਧਿਆਨ ਦਾ ਮਾਣ ਨਹੀਂ ਹੋਣਾ ਚਾਹੀਦਾ। ਕਿਉਂ? ਗੁਰੂ ਦਾ ਸ਼ਬਦ ਚੇਤੇ ਆਉਣਾ ਚਾਹੀਦਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਦੀ ਯਾਦ ਵਿੱਚ ਜੁੜਨਾ ਤੇ ਅਰਦਾਸ ਕਰਨੀ। ਸੱਚੇ ਪਾਤਸ਼ਾਹ, ਇਹ ਕਲ ਵਿੱਚ ਬੜਾ ਜ਼ਮਾਨਾ ਭਿਆਨਕ ਹੈ, ਸੰਸਾਰ ਇਹ ਬੜਾ ਭਿਆਨਕ ਹੈ। ਬੰਦਗੀ ਕਰਨ ਵਾਲਿਆਂ ਦਾ, ਸੇਵਾ ਸਿਮਰਨ ਕਰਨ ਵਾਲਿਆਂ ਦਾ ਦਾਤਾਰ ਪਾਤਸ਼ਾਹ, ਇਹ ਜ਼ਮਾਨਾ ਦੁਸ਼ਮਣ ਹੈ। ਇਹਨੇ ਅੱਜ ਤੋਂ ਨਹੀਂ, ਇਹਨਾਂ ਯੁੱਗਾਂ ਯੁੱਗਾਂ ਤੋਂ ਭਗਤਾਂ ਦੇ ਨਾਲ ਵੈਰ ਰੱਖਿਆ, ਬੰਦਗੀ ਕਰਨ ਵਾਲਿਆਂ ਦੇ ਨਾਲ ਵੈਰ ਰੱਖਿਆ। ਇਹਨਾਂ ਨੇ ਕਬੀਰ ਨੂੰ ਨਹੀਂ ਬਖਸ਼ਿਆ, ਇਹਨਾਂ ਨਾਮਦੇਵ ਨੂੰ ਨਹੀਂ ਬਖਸ਼ਿਆ, ਇਹਨਾਂ ਰਵਿਦਾਸ ਨੂੰ ਨਹੀਂ ਬਖਸ਼ਿਆ। ਸੱਚੇ ਪਾਤਸ਼ਾਹ ਇਹਨਾਂ ਨੇ ਆਪ ਜੀ ਦੇ 5ਵੇਂ ਸਰੂਪ ਨੂੰ ਨਹੀਂ ਬਖਸ਼ਿਆ। ਪਾਤਸ਼ਾਹ ਇਹਨਾਂ 9ਵੇਂ ਸਰੂਪ ਗੁਰੂ ਤੇਗ ਬਹਾਦਰ ਜੀ ਭਗਤੀ ਦੇ ਪੁੰਜ, ਉਹਨਾਂ ਨੂੰ ਨਹੀਂ ਬਖਸ਼ਿਆ। ਜਿਹੜੇ ਅੱਜ ਦਿਨ ਚੱਲ ਰਹੇ ਨੇ, ਆਪ ਜੀ ਦੇ ਪਰਿਵਾਰ ਨੂੰ ਨਹੀਂ ਬਖਸ਼ਿਆ।
ਇਹ ਸਮਾਜ, ਇਹ ਸੰਸਾਰ ਬੰਦਗੀ ਕਰਨ ਵਾਲਿਆਂ ਦਾ ਅਕਸ਼ਰ ਮੁੱਢ ਤੋਂ ਹੀ ਬੈਰੀ ਰਿਹਾ, ਵਿਰੋਧੀ ਰਿਹਾ। ਤੇ ਸੰਗਤ ਜੀ, ਪਰ ਇੱਕ ਗੱਲ ਚੇਤੇ ਰੱਖਿਓ, ਜਿਨ੍ਹਾਂ ਨੇ ਗੁਰੂ ਦੇ ਪਰਿਵਾਰ ਨੂੰ ਜਾਂ ਬੰਦਗੀ ਕਰਨ ਵਾਲਿਆਂ ਨੂੰ ਦੁੱਖ ਦਿੱਤੇ, ਸੁਖੀ ਉਹ ਵੀ ਨਹੀਂ ਰਹੇ। ਆਖੋ ਸਤਨਾਮ ਸ੍ਰੀ। ਇਹ ਮਤ ਸੋਚਣਾ ਵੀ ਕਿਸੇ ਨੂੰ ਦੁਖੀ ਕਰਕੇ ਆਪਾਂ ਸੁਖੀ ਹੋ ਜਾਾਂਗੇ, ਇਹ ਨਹੀਂ ਹੋ ਸਕਦਾ। ਕਿਉਂ? ਦਿੱਤਾ ਲਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀ ਹੈ। ਜੋ ਦਿੱਤਾ ਹੈ ਉਹ ਲੈਣਾ ਤੇ ਪੈਣਾ ਨਾ, ਪਰਤ ਕੇ ਆਏਗਾ ਵਾਪਸ। ਬੀਜ ਬੀਜਿਆ ਉੱਗੇਗਾ ਤੇ ਫਲ ਤੇ ਉਹਨੂੰ ਲੱਗਣਗੇ। ਸੁੱਟੇ ਤੇ ਜਾਣੇ ਨਹੀਂ, ਖਾਣੇ ਪੈਣੇ ਆ। ਤਾਂ ਸਿੱਖ ਦਾ ਇਸ ਤਰ੍ਹਾਂ ਦਾ ਜੀਵਨ ਨਹੀਂ ਹੋਣਾ ਚਾਹੀਦਾ। ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖ ਗੁਰੂ ਦੇ ਵਿਚਾਰ ਤੇ ਚੱਲੇ। ਜੋ ਗੁਰ ਕਹੈ ਸੋ ਭਲਾ ਕਰ ਮਾਨੋ। ਜੋ ਗੁਰੂ ਨੇ ਕਹਿ ਦਿੱਤਾ, ਸਮਝਾ ਦਿੱਤਾ, ਸਿੱਖ ਉਸ ਵਿਸ਼ੇ ਨੂੰ, ਉਸ ਗੱਲ ਨੂੰ ਮੰਨ ਲਵੇ, ਫਿਰ ਅਸਲ ਸਿੱਖ ਹੈ। ਜ਼ਰੂਰੀ ਨਹੀਂ ਵੀ ਕੋਈ ਅੰਮ੍ਰਿਤ ਛਕ ਕੇ ਹੀ ਸਿੱਖ ਹੈ। ਬਿਨਾਂ ਅੰਮ੍ਰਿਤ ਛਕੇ ਤੋਂ ਵੀ ਸਿੱਖਾ। ਅੰਮ੍ਰਿਤ ਛਕ ਕੇ ਸਿੰਘ ਬਣੀਦਾ, ਸ਼ੇਰ ਬਣੀਦਾ। ਪਰ ਮੈਨੂੰ ਮਾਫ ਕਰਿਓ ਕਹਿਣ ਦੇਣਾ, ਅਸੀਂ ਤੇ ਲਿਬਾਸ ਸ਼ੇਰਾਂ ਵਾਲਾ ਤੇ ਕੰਮ ਗਿੱਦੜਾਂ ਤੋਂ ਵੀ ਗਏ ਗੁਜ਼ਰੇ ਕਰਦੇ ਆ। ਇਹ ਸੱਚਾਈ ਹੈ। ਹੁਣ ਬੰਦੀ ਸਿੰਘ ਜੇਲ੍ਹ ਦੇ ਵਿੱਚ ਨੇ। ਬਹੁਤ ਸਾਰੀ ਸੰਗਤ ਹੈ ਜਿਹੜੀ ਉਹਨਾਂ ਨੂੰ ਬਾਹਰ ਕਢਾਉਣਾ ਚਾਹੁੰਦੀ ਹੈ। ਉੱਥੇ ਠੰਡ ਦੇ ਵਿੱਚ ਧਰਨਿਆਂ ਤੇ ਬੈਠੀ ਹੈ ਤੇ ਡਾਂਗਾਂ ਖਾਧੀਆਂ ਨੇ। ਤੇ ਜਿਹੜੇ ਪੰਥ ਦੇ ਮੋਹਰੀ ਬਣਾਏ ਹੋਏ ਨੇ, ਉਹੀ ਨਹੀਂ ਚਾਹੁੰਦੇ ਵੀ ਉਹ ਬਾਹਰ ਆ ਜਾਣ। ਉਹੀ ਨਹੀਂ ਚਾਹੁੰਦੇ ਵੀ ਉਹ ਬਾਹਰ ਆ ਜਾਣ। ਜੇ ਕਹਿੰਦੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ। ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ, ਜੇ ਸਿੱਖਾਂ ਦਾ ਆਪਸੀ ਪਿਆਰ ਹੋਵੇ, ਏਕਾ ਹੋਵੇ, ਗੁਰੂ ਦੇ ਦੱਸੇ ਮਾਰਗ ਤੇ ਚੱਲ ਪਈਏ। ਤੇ ਅੱਜ ਗੁਰੂ ਸਾਹਿਬ ਸਾਨੂੰ ਕੀ ਸਮਝਾਉਂਦੇ ਹੈ, ਆਓ ਜਾਣੀਏ। ਪਾਵਨ ਅੰਗ 701, ਪਾਵਨ ਰਾਗ ਜੈਤਸਰੀ। ਪਾਵਨ ਸ਼ਬਦਾਂ ਨੂੰ ਉਚਾਰਨ ਕੀਤਾ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ। ਜੈਤਸਰੀ ਮਹਲਾ ਪੰਜਵਾ। ਗੋਬਿੰਦ ਜੀਵਨ ਪ੍ਰਾਨ ਧਨ ਰੂਪ। ਇੱਥੇ ਸੰਗਤ ਜੀ, ਗੋਬਿੰਦ ਦੇ ਅਰਥ ਭਾਵ ਉਹ ਪਰਮਾਤਮਾ, ਜਗਤ ਨੂੰ ਸਾਜਣ ਸਵਾਰਨ ਵਾਲਾ, ਭਾਵ ਜਗਤ ਦਾ ਮਾਲਕ। ਤੇ ਮਾਲਕ ਦੇ ਅਰਥ ਕੀ ਹੁੰਦੇ ਨੇ? ਉਹ ਜੋ ਮਰਜ਼ੀ ਕਰੇ, ਉਹ ਤੇ ਕਿਸੇ ਦਾ ਹੁਕਮ ਨਹੀਂ। ਆਪਾਂ ਅਕਸਰ ਕਿਸੇ ਚੀਜ਼ ਦੇ ਮਾਲਕ ਬਣ ਜਾਈਏ ਤੇ ਫਿਰ ਆਪਾਂ ਮਰਜ਼ੀ ਕਰਦੇ ਆ ਨਾ, ਇਸ ਚੀਜ਼ ਨੂੰ ਕਿਹੜੇ ਢੰਗ ਨਾਲ ਚਲਾਉਣਾ। ਕਿਸੇ ਸਾਧਨ ਦੇ ਮਾਲਕ ਬਣ ਜਾਈਏ, ਕਦਨਾ ਕਿੰਨਾ ਚਿਰ ਰੱਖਣਾ, ਕਿੰਨੇ ਚਿਰ ਬਾਅਦ ਵੇਚਣਾ, ਕਿਹੜੇ ਢੰਗ ਨਾਲ ਉਹਨੂੰ ਸੰਭਾਲਣਾ। ਤੇ ਉਹ ਪਰਮ ਪਿਤਾ ਪਰਮਾਤਮਾ ਸਾਰੇ ਸੰਸਾਰ ਦਾ ਪਾਲਕ ਹੈ, ਮਾਲਕ ਹੈ, ਪਾਲਕ ਹੈ, ਰੱਖਿਅਕ ਹੈ। ਗੋਬਿੰਦ ਭਾਵ ਧਰਤੀ ਦਾ ਪਾਲਕ, ਰੱਖਿਅਕ, ਧਰਤੀ ਨੂੰ ਸਾਜਣ ਵਾਲਾ। ਤੇ ਅਰਦਾਸ ਹੈ ਉਹਦੇ ਚਰਨਾਂ ਵਿੱਚ, ਹੇ ਗੋਬਿੰਦ, ਤੂੰ ਹੀ ਮੈਨੂੰ ਜੀਵਨ ਦਿੱਤਾ ਤੇ ਮੈਂ ਤੇਰੇ ਜੀਵਨ ਦਿੱਤੇ ਦਾ ਆਭਾਰੀ ਹਾਂ। ਦਾਤਾਰ ਪਾਤਸ਼ਾਹ, ਤੂੰ ਮੈਨੂੰ ਪ੍ਰਾਣ ਦਿੱਤੇ ਨੇ, ਸਵਾਸ ਜਿਹੜੇ ਅੰਦਰ ਜਾਂਦੇ ਨੇ ਤੇ ਬਾਹਰ ਆਉਂਦੇ ਨੇ, ਜਿਨ੍ਹਾਂ ਕਰਕੇ ਇਹ ਸਰੀਰ ਚੱਲਦਾ ਹੈ। ਪਾਤਸ਼ਾਹ, ਫਿਰ ਤੂੰ ਮੇਰੇ ਤੇ ਉਪਕਾਰ ਕੀਤਾ, ਮੈਨੂੰ ਸੰਸਾਰ ਵਿੱਚ ਗੁਜ਼ਰਾਨ ਵਾਸਤੇ ਧਨ ਦਿੱਤਾ। ਗੋਬਿੰਦ ਜੀਵਨ ਪ੍ਰਾਨ ਧਨ ਰੂਪ। ਸੰਸਾਰ ਵਿੱਚ ਰਹਿਮਾ, ਤੂੰ ਮੇਰੇ ਤੇ ਉਪਕਾਰ ਕੀਤਾ, ਮੈਨੂੰ ਧਨ ਦਿੱਤਾ ਗੁਜ਼ਰਾਨ ਵਾਸਤੇ। ਪਰ ਕਈ ਐਸੇ ਨੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ। ਕਿਉਂ ਨਹੀਂ? ਕਿਉਂਕਿ ਉਹਨਾਂ ਕੋਲ ਧਨ ਨਹੀਂ। ਕਿਸੇ ਕੋਲ ਮੰਜੀ ਡਾਉਣ ਨੂੰ ਜਗ੍ਹਾ ਨਹੀਂ। ਮੰਜੀ ਦੂਰ ਦੀ ਗੱਲ, ਥੱਲੇ ਵਿਛਾਉਣ ਵਾਸਤੇ ਕੋਈ ਗੱਦਾ, ਗਦੈਲਾ, ਤੱਪੜ ਇਤਿਆਦਿਕ ਗੱਟਾ ਤੱਕ ਨਹੀਂ। ਭੁੰਜੇ ਸੌਂ ਲੈਂਦੇ ਨੇ ਤੇ ਸਵੇਰੇ ਜਾਗ ਪੈਂਦੇ ਨੇ।
ਆਪ ਜੀ ਧਾਰਮਿਕ ਸਥਲਾਂ 'ਤੇ ਜਾਂਦੇ ਹੋ ਯਾਤਰਾ ਕਰਨ ਵਾਸਤੇ, ਅਤੇ ਉੱਥੇ ਵੇਖਦੇ ਆ ਨਾ, ਜਿਹੋ ਜਿਹਾ ਪਾਟਿਆ ਝੀਟਿਆ ਕੰਬਲ ਕੱਪੜਾ ਲੀੜਾ, ਜਿੱਥੇ ਕੋਈ ਟਿਕਾਣਾ ਮਿਲ ਗਿਆ ਉੱਥੇ ਹੀ ਬਿਨਾਂ ਕੱਪੜਾ ਵਿਛਾਇਆ ਪਰਮਾਤਮਾ ਦੇ ਸ਼ੁਕਰ ਵਿੱਚ ਸੌਂ ਜਾਣਾ। ਇਹ ਵੀ ਕਿਸੇ ਜਨਮ ਦੀ ਕੀਤੇ ਹੋਏ ਕਰਮ ਦੀ ਸਜ਼ਾ ਹੀ ਹੈ ਨਾ, ਸਜ਼ਾ ਹੀ ਹੈ। ਜਦੋਂ ਬੰਦੇ ਨੂੰ ਸਮੇਂ ਸਿਰ ਭੋਜਨ ਪ੍ਰਸ਼ਾਦਾ ਵੀ ਨਾ ਮਿਲੇ, ਪੈਣ ਨੂੰ ਜਗ੍ਹਾ ਨਾ ਮਿਲੇ, ਤਨ ਢੱਕਣ ਨੂੰ ਕੱਪੜਾ ਨਾ ਮਿਲੇ, ਇਸ ਤੋਂ ਵੱਡੀ ਸਜ਼ਾ ਹੋਰ ਕੀ ਹੋ ਸਕਦੀ ਹੈ। ਕਿਸੇ ਨਾ ਕਿਸੇ ਜਨਮ ਦੀ ਸਜ਼ਾ ਭੋਗ ਰਿਹਾ ਬੰਦਾ। ਤਾਂ ਸੰਗਤ ਜੀ ਫਿਰ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੋਈ, ਸੱਚੇ ਪਾਤਸ਼ਾਹ ਤੂੰ ਮੈਨੂੰ ਇਹ ਰੂਪ ਦਿੱਤਾ, ਤੂੰ ਤੇ ਮੇਰੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ, ਸੰਸਾਰ 'ਤੇ ਆਉਣ ਤੋਂ ਪਹਿਲਾਂ ਤੂੰ ਮੇਰੇ ਸਾਰੇ ਪ੍ਰਬੰਧ ਕਰ ਦਿੱਤੇ, ਇੱਕ ਚੰਗਾ ਮਾਂ ਬਾਪ ਵੀ ਦੇ ਦਿੱਤਾ, ਮੈਨੂੰ ਜੀਵਨ ਦੇ ਦਿੱਤਾ, ਉਮਰ ਦੇ ਦਿੱਤੀ। ਦਾਤਾ, ਕਈਆਂ ਦਾ ਜੀਵਨ ਮਾਂ ਗਰਭ ਦੇ ਵਿੱਚ ਵੀ ਪੂਰਾ ਹੋ ਜਾਂਦਾ, ਕਈ ਆ ਕੇ ਸੰਸਾਰ 'ਤੇ 1-2 ਮਹੀਨੇ ਮਾਂ ਬਾਪ ਦੀ ਮਮਤਾ ਲੁੱਟਦੇ ਨੇ, ਫਿਰ ਚਲੇ ਜਾਂਦੇ ਨੇ, ਕਈ ਭਰ ਜਵਾਨੀ ਵਿੱਚ ਚਲੇ ਜਾਂਦੇ ਨੇ ਦੇਸ਼ ਕੌਮ ਦੀ ਸੇਵਾ ਕਰਦੇ। ਦਾਤਾਰ ਪਾਤਸ਼ਾਹ ਤੂੰ ਕਿਸੇ ਨਾਲ ਵਿਰਵਾ ਵਿਤਕਰੇ ਨਹੀਂ ਰੱਖਦਾ, ਤੂੰ ਤੇ ਲਿਖ ਕੇ ਦੇ ਦਿੱਤਾ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਕਰਮ ਤੇਰੇ ਆਪੋ ਆਪਣੇ ਹੈ, ਤੂੰ ਕਰਮਾਂ ਕਰਕੇ ਨੇੜੇ ਆ ਜਾ ਪ੍ਰਮਾਤਮਾ ਦੇ, ਕਰਮਾਂ ਕਰਕੇ ਦੂਰ ਹੋ ਜਾ। ਆਖੋ ਸਤਨਾਮ ਸ੍ਰੀ ਕਰਮ ਨੇ ਤੇਰੇ, ਇਹ ਕਰਮ ਤੈਨੂੰ ਪ੍ਰਮਾਤਮਾ ਦੇ ਨੇੜੇ ਵੀ ਲਿਜਾ ਸਕਦੇ ਆ ਅਤੇ ਦੂਰ ਵੀ ਕਰ ਸਕਦੇ ਆ। ਇਸ ਕਰਕੇ ਕਰਮ ਉਹ ਕਰ ਜਿਹੜੇ ਕਰਮਾਂ ਕਰਕੇ ਤੂੰ ਗੁਰੂ ਪਰਮਾਤਮਾ ਦੇ ਨੇੜੇ ਹੋ ਜਾਏ। ਦੂਰੀ ਤੇ ਪਤਾ ਨਹੀਂ ਕਿੰਨੇ ਜਨਮਾਂ ਦੀ ਬਣੀ ਹੋਈ ਹੈ, ਬਹੁਤ ਜਨਮ ਵਿਛਰੇ ਥੇ ਮਾਧੋ। ਮੈਂ ਕੱਲ੍ਹ ਵੀ ਇਹ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਸੀ, ਵਿਛੋੜਾ ਤੇ ਪਤਾ ਨਹੀਂ ਕਦੋਂ ਦਾ ਪਿਆ ਹੋਇਆ ਉਸ ਪਰਮਾਤਮਾ ਦੇ ਨਾਲੋਂ। ਵਾਪਸ ਪਰਤਣਾ ਉਸ ਪਰਮਾਤਮਾ ਦੇ ਚਰਨਾਂ ਵਿੱਚ, ਫੇਰ ਅਭੇਦ ਹੋਣਾ। ਇਸ ਕਰਕੇ ਮਨੁੱਖਾ ਦੇਹੀ ਮਿਲੀ ਹੈ, ਤੇ ਇਸ ਦੇਹੀ ਨੂੰ ਤੇ ਦੇਵਤੇ ਤਰਸਦੇ ਨੇ। ਇਸ ਦੇਹੀ ਕੋ ਤਰਸੈ ਦੇਵ, ਦੇਵਤੇ ਤਰਸਦੇ ਨੇ ਵੀ ਸਾਨੂੰ ਇਹ ਦੇਹ ਸਰੀਰ ਮਿਲ ਜਾਏ। ਪਰ ਜੇ ਸਾਨੂੰ ਦੇਹ ਸਰੀਰ ਮਿਲਿਆ ਤੇ ਅਸੀਂ ਇਸ ਦਾ ਸਹੀ ਢੰਗ ਨਾਲ ਪ੍ਰਯੋਗ ਨਹੀਂ ਕਰਦੇ, ਸਮਝ ਕੇ ਨਹੀਂ ਚੱਲਦੇ, ਇਸ ਗੱਲ ਨੂੰ ਨਹੀਂ ਸਮਝਿਆ। ਮਾਨੁਖ ਜਨਮ ਦਲੰਭ ਹੈ, ਹੋਏ ਨਾ ਵਾਰੈ ਬਾਰ, ਜਿਉਂ ਬਨ ਫਲ ਪਾਕੇ ਭੂਏ ਗਿਰੇ ਬੌਰ ਨਾ ਲਾਗੈ। ਡਾਰ ਇਹ ਬਾਰ ਨਹੀਂ ਮਿਲਦਾ। ਸੱਚੇ ਪਾਤਸ਼ਾਹ ਤੂੰ ਮੈਨੂੰ ਧਨ ਰੂਪ ਸਭ ਕੁਝ ਦੇ ਦਿੱਤਾ, ਪਰ ਅੱਗੇ ਫੇਰ ਆਪਦੀ ਕਮੀ ਦੀ ਗੱਲ ਕੀਤੀ। ਅਗਿਆਨ ਮੋਹ ਮਗਨ ਮਹਾਪ੍ਰਾਨੀ, ਅੰਧਿਆਰੇ ਮਹਿਦੀਪ। ਪਰ ਇਹ ਬੰਦਾ ਆਪ ਜੀ ਤੋਂ ਸਭ ਕੁਝ ਪ੍ਰਾਪਤ ਕਰਕੇ ਆਪਣੇ ਮਨ ਚਿੱਤ ਨੂੰ ਅਗਿਆਨਤਾ ਦੇ ਵਸ ਪਾ ਦਿੰਦਾ ਹੈ। ਕਿਉਂ? ਸਿਮਰਨ ਨਹੀਂ, ਅੰਮ੍ਰਿਤ ਵੇਲੇ ਜਾਗਣਾ ਨਹੀਂ, ਬਾਣੀ ਨਹੀਂ ਪੜ੍ਹਨੀ, ਸਿਮਰਨ ਨਹੀਂ ਕਰਨਾ, ਗੁਰੂ ਦੇ ਦਰਸ਼ਨਾਂ ਵਾਸਤੇ ਨਹੀਂ ਜਾਣਾ, ਸਤ ਸੰਗਤ ਦੇ ਵਿੱਚ ਨਹੀਂ ਜਾਣਾ, ਸੇਵਾ ਵਾਸਤੇ ਨਹੀਂ ਜਾਣਾ, ਕੋਈ ਚੰਗੀਆਂ ਗੱਲਾਂ ਜੀਵਨ ਵਿੱਚ ਨਹੀਂ ਧਾਰਨ ਕਰਨੀਆਂ, ਨਹੀਂ ਸਿੱਖਣੀਆਂ। ਆਪਣੇ ਜੀਵਨ ਨੂੰ ਫਿਰ ਅਗਿਆਨਤਾ ਦੇ ਵਸ ਤੇ ਮੋਹ ਮਗਨ, ਸੰਸਾਰਿਕ ਪਦਾਰਥਾਂ ਦੇ ਮੋਹ ਵਿੱਚ ਮਗਨ ਹੋ ਗਿਆ, ਭਾਵ ਮਸਤ ਹੋ ਜਾਣਾ। ਮਹਾਪ੍ਰਾਨੀ ਅੰਧਿਆਰੇ ਮਹਿਦੀਪ, ਪ੍ਰਾਨੀ ਅੰਧਿਆਰੇ ਮਹਿਦੀਪ, ਤੈਨੂੰ ਲੋੜ ਹੈ ਜਿਵੇਂ ਹਨੇਰੇ ਵਿੱਚ ਦੀਪਕ ਦੀ ਲੋੜ ਹੈ ਨਾ, ਚਾਨਣ ਦੀ ਲੋੜ ਹੈ, ਬਲਬ ਦੀ ਲੋੜ ਹੈ। ਇਸ ਤਰ੍ਹਾਂ ਤੇਰੇ ਜੀਵਨ ਵਿੱਚ ਅਗਿਆਨਤਾ ਦਾ ਹਨੇਰਾ ਹੈ ਤੇ ਗਿਆਨ ਦੇ ਚਾਨਣ ਦੀਪਕ ਦੀ ਲੋੜ ਹੈ। ਗਿਆਨ ਦਾ ਬਲਬ ਜੀਵਨ ਵਿੱਚ ਜਗਾ ਤੇ ਅਗਿਆਨਤਾ ਦਾ ਹਨੇਰਾ ਮਿਟ ਜਾਣਾ। ਹੁਣ ਅਗਿਆਨਤਾ ਦੀ ਜੇ ਗੱਲ ਕਰੀਏ ਤਾਂ ਸਮਾਂ ਸਾਥ ਨਹੀਂ ਦਿੰਦਾ। ਅਗਿਆਨਤਾ ਵਸ ਬੰਦਾ ਕੀ ਕੁਝ ਨਹੀਂ ਕਰਦਾ। ਅਗਿਆਨਤਾ ਵਸ ਗੁਰੂ ਸਾਹਿਬ ਨੇ ਕਿਹਾ, ਮੜਾ ਮਸਾ ਹਾਰਾਵੇ ਨਾ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਈ, ਪਰ ਅਸੀਂ ਛੱਡਦੇ ਕੀ ਹੈ? ਇਹ ਅਗਿਆਨਤਾ ਹੈ। ਗੁਰੂ ਸਾਹਿਬ ਧਨ ਪਦਾਰਥ ਨਹੀਂ ਮੰਗਦੇ, ਪ੍ਰੇਮ ਮੰਗਦੇ ਨੇ, ਤੇ ਅਸੀਂ ਧਨ ਪਦਾਰਥ ਦੇ ਕੇ ਪਰੇ ਹੋ ਜਾਂਦੇ ਹਾਂ। ਇਹ ਅਗਿਆਨਤਾ ਹੈ। ਗੁਰਬਾਣੀ ਨੂੰ ਸੁਣਦੇ ਨਹੀਂ, ਜੇ ਸੁਣਦੇ ਆ ਤੇ ਮੰਨਦੇ ਨਹੀਂ, ਤੇ ਜੇ ਕਿਤੇ ਮੰਨਣ ਵਿੱਚ ਆ ਜਾਈਏ ਫਿਰ ਸਾਡੇ ਤੋਂ ਵੱਡਾ ਗਿਆਨੀ ਕੋਈ ਨਹੀਂ।
ਅਸੀਂ ਕਦੇ ਗੁਰੂ ਦੇ ਦਰ 'ਤੇ ਆ ਕੇ ਵੀ ਆਪਣੀ ਹਉਮੈ ਨੂੰ ਨਹੀਂ ਛੱਡਦੇ। ਇੱਥੇ ਵੀ ਕਿਸੇ ਨਾ ਕਿਸੇ ਗੱਲ ਦੀ ਹਉਮੈ, ਮੈਂ ਗ੍ਰੰਥੀ ਚੰਗਾ, ਮੈਂ ਕਥਾਵਾਚਕ ਚੰਗਾ, ਮੇਰੇ ਜਿੰਨਾ ਗਿਆਨ ਕਿਹਨੂੰ ਹੋਣਾ, ਮੈਂ ਜੇ ਕਰਦਾ ਤਾਂ ਇਹ ਸਾਰਾ ਕੁਝ ਹੁੰਦਾ, ਨਹੀਂ ਕਿਵੇਂ ਹੋ ਜੂ, ਕੌਣ ਕਰਦਾ। ਬਸ ਇਹ ਅਗਿਆਨਤਾ ਹੈ। ਰੋਜ਼ ਪੜ੍ਹਦੇ ਹਾਂ ਵੀ ਇਹ ਚੰਗੀ ਗੱਲ ਨਹੀਂ, ਮਾਣ ਹੰਕਾਰ, ਪਰ ਫਿਰ ਵੀ ਬਾਣੀ ਪੜ੍ਹਿਆ ਵੀ ਨਹੀਂ ਮਿਟਦਾ। ਕਿਉਂ? ਕਿਉਂਕਿ ਆਪਣੇ ਮਨ ਵਿੱਚ ਹਜੇ ਇੱਕ ਅੱਖਰ ਵੀ ਨਹੀਂ ਵਸਾਇਆ। ਜਿਹਦੇ ਇੱਕ ਅੱਖਰ ਹੀ ਇਸ ਮਨ ਵਿੱਚ ਵਸ ਗਿਆ ਨਾ, ਉਸ ਦਿਨ ਜੀਵਨ ਬਦਲ ਜਾਣਾ। ਆਖੋ ਸਤਿਨਾਮ ਸ੍ਰੀ, ਉਹਦੇ ਜੀਵਨ ਦੀ ਖੇਡ ਬਦਲ ਜਾਣੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਅੰਧਿਆਰੇ ਮਹਿਦੀਪ ਜਿਵੇਂ ਹਨੇਰੇ ਵਿੱਚ ਦੀਵੇ ਦੀ ਲੋੜ ਹੈ, ਤੇ ਇਸੇ ਤਰ੍ਹਾਂ ਤੇਰੇ ਜੀਵਨ ਵਿੱਚ ਲੋੜ ਹੈ ਗਿਆਨ ਦਾ ਦੀਪਕ ਜਗਾ, ਅਗਿਆਨਤਾ ਦਾ ਹਨੇਰਾ ਦੂਰ ਕਰ। ਹਨੇਰੇ ਵਿੱਚ ਪਈ ਰੱਸੀ ਸੱਪ ਬਣ ਕੇ ਡਰਾਉਂਦੀ ਹੈ, ਤੇ ਜੇ ਤੇਰੇ ਹੱਥ ਵਿੱਚ ਟਾਰਚ ਹੋਵੇ ਤੇ ਡਰ ਘੱਟ ਲੱਗੇਗਾ। ਕਿਉਂ? ਤੇਰੇ ਕੋਲ ਸਹਾਰਾ ਹੈ, ਟਾਰਚ ਦਾ ਸਹਾਰਾ ਹੈ, ਤੇਰੇ ਹੱਥ ਵਿੱਚ ਲੈਂਪ ਹੈ, ਚਾਨਣ ਹੈ, ਡਰ ਘੱਟ ਲੱਗੇਗਾ। ਤੇ ਜਦੋਂ ਸਾਡੇ ਕੋਲ ਕੋਈ ਚਾਨਣ ਹੀ ਨਹੀਂ, ਡਰ ਦੁੱਗਣਾ ਲੱਗੇਗਾ। ਹਨੇਰੇ ਵਿੱਚ ਡਰ ਬਣਿਆ ਰਹਿੰਦਾ, ਇਹ ਸੁਭਾਵਿਕ ਹੈ। ਭਾਵੇਂ ਰੋਜ਼ ਅਸੀਂ ਉਸੇ ਘਰ ਵਿੱਚ ਰਹਿੰਦੇ ਹਾਂ, ਪਰ ਹਨੇਰਾ ਹੋਣ 'ਤੇ ਅਸੀਂ ਉਸੇ ਘਰ ਦੇ ਵਿੱਚ, ਉਸੇ ਕਮਰੇ ਦੇ ਵਿੱਚ ਕਿਤੇ ਨਾ ਕਿਤੇ ਡਰ ਮਹਿਸੂਸ ਕਰਾਂਗੇ। ਬਿਨਾਂ ਚਾਨਣ ਤੋਂ ਆਪਣੇ ਉਸੇ ਰੋਜ਼ ਵਾਲੇ ਕਮਰੇ ਵਿੱਚ ਨਹੀਂ ਵੜਾਂਗੇ। ਇਸੇ ਤਰ੍ਹਾਂ ਜੀਵਨ ਤਾਂ ਤੇਰਾ ਅਗਿਆਨਤਾ ਨਾਲ ਭਰਿਆ ਪਿਆ, ਪਰ ਗਿਆਨੀ ਹੋਣ ਦਾ ਦਾਅਵਾ ਕਰਦਾ। ਤਾਂ ਗੁਰੂ ਸਾਹਿਬ ਅੱਗੇ ਰਹਾਉ ਦਾ ਵਿਸਰਾਮ ਦੇ ਸਮਝਾਉਂਦੇ ਨੇ, ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ, ਚਰਨ ਕਮਲ ਆਨੂਪ। ਜਿਨ੍ਹਾਂ ਨੇ ਕਰ ਲਿਆ, ਜਿਨ੍ਹਾਂ ਦੇ ਜੀਵਨ ਵਿੱਚ ਆ ਗਿਆ, ਆਪ ਜੀ ਦਾ ਦਰਸ਼ਨ ਕੀਤਾ, ਸਫਲ ਉਹਨਾਂ ਦਾ ਜੀਵਨ ਹੋ ਗਿਆ। ਜਿਨ੍ਹਾਂ ਨੇ ਆਪ ਜੀ ਦੇ ਦਿਦਾਰੇ ਕਰ ਲਏ, ਹੁਣ ਇਹ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਏ ਤੇ ਸਭ ਕੁਝ ਪ੍ਰਾਪਤ ਹੋ ਜਾਣਾ ਹੈ। ਦਰਸ਼ਨ ਅਸਲ ਗੁਰੂ ਦੇ ਸ਼ਬਦ ਨੂੰ ਕਮਾ ਲੈਣਾ, ਮੰਨ ਲੈਣਾ, ਇਹ ਹੈ ਸ਼ਬਦ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਬਦਲ ਲੈਣਾ। ਤਾਂ ਸਤਿਗੁਰੂ ਜੀ ਤਾਂ ਚਰਨ ਕਮਲ ਅਨੂਪ, ਆਪ ਜੀ ਦੇ ਚਰਨਾਂ ਕਮਲਾਂ ਤੋਂ ਬਲਿਹਾਰ ਜਾਵਾਂ। ਇਹ ਅਨੂਪ ਹਨ, ਭਾਵ ਬੇਸ਼ੁਮਾਰ, ਕੀਮਤੀ। ਇਹਨਾਂ ਤੋਂ ਮੈਂ ਸਦ ਬਲ ਬਲਿਹਾਰ ਜਾਵਾਂ। ਅਨੇਕ ਵਾਰ ਕਰੋ ਤਹਿ ਬੰਦਨ, ਮਨਿ ਚਰਾਵੋ ਧੂਪ। ਇਹ ਦਾਤਾਰ ਪਾਤਸ਼ਾਹ, ਮੈਂ ਆਪ ਜੀ ਦੇ ਚਰਨਾਂ ਨੂੰ ਅਨੇਕ ਵਾਰ ਵੰਦਨਾ ਕਰਾਂ, ਡੰਡੌਤ ਕਰਾਂ, ਮੈਂ ਨਿਵ ਨਿਵ ਲਾਗੋ ਪਾਏ ਜਿਉ। ਮੈਂ ਆਪ ਜੀ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਭੇਟ ਕਰਦੇ ਹਾਂ। ਮਨਿ ਚਰਾਵੋ ਧੂਪ, ਸੱਚੇ ਪਾਤਸ਼ਾਹ ਆਪ ਜੀ ਨੂੰ ਧੂਪ ਕਰਦੇ ਨੇ, ਪਰ ਮੈਂ ਧੂਪ ਕਾਹਦੀ ਕਰਾਂ? ਆਪਣਾ ਮਨ ਹੀ ਤੁਹਾਡੇ ਅੱਗੇ ਅਰਪਣ ਕਰਦੇ ਹਾਂ। ਇਸ ਮਨ ਨੂੰ ਜਲਾ ਦਿਆਂ, ਇਸ ਦੀ ਧੂਪ ਬਣਾ ਕੇ ਆਪ ਜੀ ਦੇ ਅੱਗੇ ਤੁਖਾ ਦਿਆਂ, ਭਾਵ ਆਪਣੇ ਮਨ ਨੂੰ ਵਸ ਵਿੱਚ ਕਰ ਲਵਾਂ। ਤੁਸੀਂ ਕਹਿੰਦੇ ਹੋ ਨਾ, ਮਨ ਜੀਤਾ ਜਗ ਜੀਤ, ਮੈਂ ਮਨ ਜਿੱਤ ਲਵਾਂ, ਇਹ ਤੁਹਾਨੂੰ ਧੂਫ ਕਰਨੀ ਹੋਵੇਗੀ। ਮਨ ਆਪ ਜੀ ਦੇ ਹਵਾਲੇ ਕਰਦੇ ਹਾਂ, ਕਹਿੰਦੇ ਹਾਂ ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਹੁਕਮ ਦਾ ਗੋਲਾ ਬਣ ਜਾਵਾਂ। ਤੁਹਾਡਾ ਹੁਕਮ ਹੋਵੇ ਤੇ ਮੈਂ ਗੋਲਾ ਆਪ ਜੀ ਦੇ ਹੁਕਮ ਨੂੰ ਕਮਾਉਣ ਵਾਲਾ ਹੋਵਾਂ। ਇਹ ਮਨ ਆਪ ਜੀ ਦੇ ਹੁਕਮ ਵਿੱਚ ਚੱਲ ਪਵੇ, ਇਹ ਆਪ ਜੀ ਨੂੰ ਧੂਪ ਦਿਖਾਉਣਾ ਹੋਵੇਗਾ। ਹਾਰ ਪਰਿਓ ਤੁਮਰੈ ਪ੍ਰਭ ਦੁਆਰੈ, ਦਿਰੜ ਕਰ ਗਹੀ ਤੁਮਾਰੀ ਲੂਕ। ਇਹ ਸੱਚੇ ਪਾਤਸ਼ਾਹ, ਮੈਂ ਸਾਰੇ ਪਾਸਿਓਂ ਹਾਰ ਹੰਭ ਗਿਆ। ਇਹ ਸੰਸਾਰ ਦੇ ਵਿੱਚ ਬੜਾ ਭੱਜਿਆ, ਬੜੇ ਮੈਂ ਇਹ ਸੰਸਾਰ ਦੇ ਵਿੱਚ ਥਾਂ ਥਾਂ 'ਤੇ ਮੱਥੇ ਟੇਕੇ, ਪਰ ਮੈਂ ਸਾਰੀਆਂ ਥਾਵਾਂ ਤੋਂ ਹਾਰ ਗਿਆ। ਕਿਸੇ ਨੇ ਮੇਰੀ ਬਾਂਹ ਨਹੀਂ ਫੜੀ, ਕੋਈ ਮੈਨੂੰ ਉਹ ਨਹੀਂ ਦੇ ਸਕਿਆ ਜੋ ਮੈਂ ਮੰਗਦਾ ਸੀ। ਕਦੇ ਮੈਂ ਇਹ ਖਿਆਲ ਨਹੀਂ ਕੀਤਾ, ਮੈਂ ਸਵਾਸ ਕਦੇ ਮੰਗੇ ਨਹੀਂ, ਇਹ ਦੇ ਕੌਣ ਰਿਹਾ। ਮੈਂ ਮਾਂ ਬਾਪ ਨਹੀਂ ਮੰਗੇ, ਪਰ ਦਿੱਤੇ ਨੇ, ਕਿਹਨੇ ਦਿੱਤੇ ਹੈ ਇਹ ਨਹੀਂ ਸੋਚਿਆ।
हे दाता ਕਿਸੇ ਨੂੰ ਤੂੰ ਨਿਗਾਹ ਨਹੀਂ ਦਿੱਤੀ, ਮੈਨੂੰ ਇਹ ਅੱਖਾਂ ਦਿੱਤੀਆਂ ਨੇ। ਇਹ ਅੱਖਾਂ ਵੇਖਦੀਆਂ ਜਗਤ ਦੇ ਰੰਗ ਤਮਾਸ਼ੇ, ਦੇਖਣ ਦੀ ਤਾਕਤ ਕੌਣ ਦੇ ਰਿਹਾ ਹੈ? ਇਹ ਕਦੇ ਮੈਂ ਨਹੀਂ ਸੋਚਿਆ। ਕੰਨ ਸੁਣਦੇ ਨੇ ਵੰਨ ਸੁਵੰਨਾ ਸੰਸਾਰ ਦੇ ਉੱਪਰ, ਸੁਣਨ ਦੀ ਸ਼ਕਤੀ ਕਿੱਥੋਂ ਆਈ ਹੈ? ਇਹ ਕਦੇ ਮੈਂ ਨਹੀਂ ਸੋਚਿਆ। ਜਿਸ ਦਿਨ ਮੈਂ ਆਪਣੇ ਆਪ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ, ਉਸ ਦਿਨ ਮੈਂ ਆਪ ਜੀ ਦੇ ਦਰ ਨਾਲ ਜੁੜ ਜਾਵਾਂਗਾ। ਉਸ ਦਿਨ ਮੇਰਾ ਪ੍ਰੇਮ ਡੁੱਲ ਡੁੱਲ ਆਪ ਜੀ ਦੇ ਉੱਪਰੋਂ ਪੈਣਾ। ਸੱਚੇ ਪਾਤਸ਼ਾਹ ਮੇਰੇ ਤੇ ਇਹ ਕਿਰਪਾ ਕਰ। ਹਾਰ ਪਰਿਓ ਮੈਂ ਹਾਰ ਗਿਆ ਹਾਂ ਇਹ ਸੰਸਾਰ ਦਾ ਭ੍ਰਮਣ ਕਰਕੇ। ਬੜੇ ਵਹਿਮਾਂ ਭਰਮਾਂ ਦੇ ਵਿੱਚ ਪੈ ਗਿਆ, ਬੜੇ ਲੱਡੂਆਂ ਦੇ ਟੂਣੇ ਕਰ ਲਏ, ਕੋਈ ਸੁੱਖ ਨਹੀਂ ਮਿਲਿਆ। ਕਿਉਂ? ਤੁਸੀਂ ਲਿਖ ਦਿੱਤਾ ਗੁਰਬਾਣੀ ਵਿੱਚ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਤੂੰ ਕਰਨ ਕਰਾਉਣ ਵਾਲਾ ਤੇ ਸਾਰੀਆਂ ਘਟਾਵਾਂ, ਸਾਰੇ ਸਰੀਰਾਂ, ਸਾਰੇ ਜਗਤ ਦਾ ਮਾਲਕ ਹੈ। ਸਾਰੀਆਂ ਥਾਵਾਂ ਦੀ ਤੂੰ ਜਾਣਦਾ ਹੈ। ਘਟ ਘਟ ਕੇ ਪਟ ਪਟ ਕੀ ਜਾਣਾ, ਭਲੇ ਬੁਰੇ ਕੀ ਪੀਰ ਪਛਾਨਾ। ਤੂੰ ਜਾਣਦਾ ਚੰਗਾ ਕੌਣ ਹੈ ਤੇ ਮਾੜਾ ਕੌਣ ਹੈ, ਕਿਹਦੇ ਅੰਦਰ ਦੀ ਭਾਵਨਾ ਕੀ ਹੈ। ਕਿਤੇ ਇਸ ਤਰ੍ਹਾਂ ਦਾ ਜੀਵਨ ਤਾਂ ਨਹੀਂ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਲੋਕ ਕਹਿਣ ਵੀ ਹਾਂ ਬਾਬਾ ਤੇ ਬੜਾ ਵਧੀਆ, ਤੇ ਪਰ ਹੈ ਪਖੰਡੀ, ਢੋਂਗੀ ਹੈ। ਇਸ ਤਰ੍ਹਾਂ ਦਾ ਤੇ ਨਹੀਂ। ਪਾਤਸ਼ਾਹ ਕਿਤੇ ਜੀਵਨ ਮੈਂ ਇਸ ਤਰ੍ਹਾਂ ਗਲਤ ਰਾਹ ਤੇ ਨਹੀਂ ਚਲਾ ਰੱਖਿਆ। ਇਸ ਤਰ੍ਹਾਂ ਮੈਂ ਜੀਵਨ ਦੇ ਵਿੱਚ ਬੜਾ ਕੁਝ ਕਰ ਕਰਾ ਕੇ ਹਾਰ ਗਿਆ ਹਾਂ, ਤੇ ਪਰ ਅੱਜ ਸੱਚੇ ਪਾਤਸ਼ਾਹ ਮੈਨੂੰ ਆਪਣੇ ਕੀਤੇ ਗੁਨਾਹਾਂ ਤੇ ਪਾਪਾਂ ਤੇ ਪਛਤਾਵਾ ਹੈ। ਹੁਣ ਤੇ ਮੈਂ ਤੁਹਾਡੇ ਦੁਆਰੇ ਤੇ ਡਿੱਗ ਗਿਆ। ਦ੍ਰਿੜ ਕਰਿਓ, ਭਾਵ ਹੁਣ ਪੱਕੇ ਤੌਰ ਤੇ ਮੇਰੇ ਅੰਦਰ ਪਰਪੱਕਤਾ ਬਣ ਗਈ। ਹੁਣ ਮੈਨੂੰ ਕੋਈ ਕਹੇ ਵੀ ਫਲਾਣੀ ਥਾਂ ਤੇ ਚੱਲਣਾ, ਫਲਾਣਾ ਬਾਬਾ ਵਧੀਆ, ਮੈਂ ਨਹੀਂ ਜਾਣਾ। ਹੁਣ ਤੇ ਮੈਂ ਸੱਚੇ ਪਾਤਸ਼ਾਹ ਗਹੀ ਤੁਮਾਰੀ ਲੂਕ, ਹੁਣ ਤੇ ਮੈਂ ਇੱਥੇ ਹੀ ਲੁਕਣਾ ਹੈ। ਆਪ ਜੀ ਦੇ ਦਰ ਤੇ ਮੈਂ ਦ੍ਰਿੜਤਾ ਬਣਾ ਲਈ, ਨਿਸ਼ਚਾ ਬਣਾ ਲਈ, ਮੈਂ ਮਰਨੋਂ ਮਰ ਜਾਵਾਂਗਾ ਪਰ ਆਪ ਜੀ ਦਾ ਦਰ ਨਹੀਂ ਛੱਡਾਂਗਾ। ਕੁਝ ਵੀ ਹੋ ਜਾਏ, ਪ੍ਰਾਣ ਜਾਣ, ਪਰ ਤੁਹਾਡੇ ਨਾਲ ਕੀਤਾ ਹੋਇਆ ਵਾਅਦਾ, ਮੇਰਾ ਵਚਨ ਨਾ ਟੁੱਟੇ। ਇਸੇ ਦਰ ਤੇ ਲੁਕਣਾ, ਇਸੇ ਦਰ ਤੇ ਬੈਠਾਂਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਮੇਰੇ ਪਿੱਛੇ ਲੱਗੇ ਐ, ਮੈਂ ਇਹਨਾਂ ਤੋਂ ਛੁੱਟਣਾ ਚਾਹੁੰਦਾ। ਤੇ ਛੁਡਾਉਣ ਵਾਲਾ ਕੌਣ ਹੈ? ਦੁਨੀਆ ਦਾ ਕੋਈ ਡਾਕਟਰ, ਕੋਈ ਵੈਦ ਨਹੀਂ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਤਾਂ ਕਰਕੇ ਮੈਂ ਦ੍ਰਿੜ ਗਹੀ ਤੁਮਾਰੀ ਲੂਕ, ਦ੍ਰਿੜ ਕਰ ਗਹੀ ਤੁਮਾਰੀ ਲੂਕ। ਮੈਂ ਆਪ ਜੀ ਦੇ ਦਰ ਤੇ ਲੁਕਣਾ ਹੈ। ਆਪ ਜੀ ਦੇ ਚਰਨਾਂ ਵਿੱਚ ਥਾਂ ਮੰਗਦਾ, ਬਸ ਇੱਥੇ ਲੁਕ ਜਾਵਾਂ। ਕਾਢ ਲਿਓ ਨਾਨਕ ਆਪਣੇ ਕੋ, ਸੰਸਾਰ ਪਾਵਕ ਕੇ ਕੂਪ। ਅੰਤਿਮ ਪੰਕਤੀ ਵਿੱਚ ਬੇਨਤੀ ਰੂਪ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਦਾਤਾਰ ਪਾਤਸ਼ਾਹ, ਮੈਨੂੰ ਇਸ ਅੱਗ ਦਾ ਸਮੁੰਦਰ ਹੈ ਇਹ ਸੰਸਾਰ, ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਅੱਗ ਮੱਚ ਰਹੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਮੱਚ ਰਹੀ ਹੈ। ਦਾਤਾ, ਇਸ ਅੱਗ ਦੇ ਵਿੱਚ ਮੈਂ ਰੋਜ਼ ਸੜਦਾ ਹਾਂ। ਰੋਜ਼ ਮੈਂ ਕਿਸੇ ਨਾ ਕਿਸੇ ਲਹਿਰ ਦਾ ਸ਼ਿਕਾਰ ਹੋ ਜਾਂਦਾ ਹਾਂ। ਸੱਚੇ ਪਾਤਸ਼ਾਹ, ਕਾਢ ਲਿਓ, ਬੇਨਤੀ ਹੈ ਤੁਹਾਡੇ ਚਰਨਾਂ ਵਿੱਚ, ਮੈਨੂੰ ਇਸ ਅੱਗ ਦੇ ਝੋਕਿਆਂ ਤੋਂ, ਅੱਗ ਦੇ ਸਮੁੰਦਰ ਵਿੱਚੋਂ ਆਪ ਜੀ ਕੱਢ ਲਓ। ਕਿਉਂ? ਤੁਸੀਂ ਇਸ ਅੱਗ ਦੇ ਸਮੁੰਦਰ ਦੇ ਮਾਲਕ ਹੋ। ਤੁਸੀਂ ਚਾਹੋ ਤੇ ਗਿਆਨ ਦੀ ਵਰਖਾ ਕਰਕੇ ਅਗਿਆਨਤਾ ਦੀ ਅੱਗ ਨੂੰ ਬੁਝਾ ਸਕਦੇ ਹੋ। ਤੁਸੀਂ ਚਾਹੋ ਸਤ ਸੰਤੋਖ ਦਇਆ ਧਰਮ ਧੀਰਜ ਸ਼ੁਭ ਗੁਣਾਂ ਦੀ ਵਰਖਾ ਕਰਕੇ ਸੱਚੇ ਪਾਤਸ਼ਾਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਨੂੰ ਬੁਝਾ ਸਕਦੇ ਹੋ। ਇਹ ਬੇਨਤੀ ਹੈ ਕਿ ਤੁਸੀਂ ਮੈਨੂੰ ਇਸ ਅੱਗ ਦੇ ਕੂਪ ਕੂਏ ਵਿੱਚੋਂ ਕੱਢ ਲਓ।
ਅੱਗ ਵਲਦੀ ਹੈ ਹਉਮੈ ਦੀ, ਹੰਕਾਰ ਦੀ। ਅੱਗ ਵਲਦੀ ਹੈ ਸੱਚੇ ਪਾਤਸ਼ਾਹ ਕਾਮ ਕ੍ਰੋਧ ਲੋਭ ਮੋਹ ਦੀ। ਤੇ ਪਰ ਇਸ ਅੱਗ ਦੇ ਵਿੱਚੋਂ ਕੱਢਣ ਵਾਲਾ ਤੂੰ ਹੈ ਤੇ ਮਚਾਉਣ ਵਾਲੇ ਬਹੁਤੇ ਨੇ। ਬਚਾਉਣ ਵਾਲਾ ਇੱਕ, ਮਚਾਉਣ ਵਾਲੇ, ਸਾੜਨ ਵਾਲੇ ਬਹੁਤੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਚਰਨਾਂ ਦਾ ਪਿਆਰ ਬਖਸ਼ ਕੇ ਤੇ ਇਸ ਅੱਗ ਦੇ ਖੂਹ ਵਿੱਚੋਂ ਕੱਢ ਲੈ। ਇਹੋ ਹੀ ਅਰਦਾਸ ਕਰਿਆ ਕਰੀਏ। ਆਓ ਸਿਮਰਨ ਦਾ ਸਮਾਂ ਹੋਇਆ। ਸਾਹਿਬਜ਼ਾਦੇ ਅਤੇ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਆਪਣੀ ਸੁਰਤ ਜੋੜੀਏ। ਗੁਰੂ ਕੇ ਪਿਆਰਿਆਂ ਨੇ ਮੈਦਾਨੇ ਜੰਗ ਵਿੱਚ ਕਿਵੇਂ ਜੂਝੇ, ਕਿਵੇਂ ਭੁੱਖ ਤੇ ਪਿਆਸ ਕੱਟੀ ਤੇ ਆਪਣੇ ਪਰਿਵਾਰਾਂ ਦੇ ਜੀਆਂ ਨੂੰ ਤੜਫਦੇ ਹੋਏ ਪ੍ਰਾਣ ਦਿੰਦੇ ਵੇਖਿਆ। ਤੇ ਆਪਾਂ ਆਪਣੀ ਸੁਰਤ ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਜੋੜੀਏ। ਧਿਆਨ ਧਰੀਏ, ਸੱਚੇ ਪਾਤਸ਼ਾਹ ਤੂੰ ਸਾਨੂੰ ਬੱਚਿਆਂ ਵਾਲੇ ਬਣਾਇਆ, ਆਪਣੇ ਬੱਚੇ ਵਾਰ ਕੇ। ਤੇ ਤੁਸੀਂ ਵਚਨ ਕੀਤਾ ਸੁਖੀ ਵਸੈ ਮੋਰੋ ਪਰਿਵਾਰਾ। ਜੇ ਸਾਨੂੰ ਆਪਣਾ ਪਰਿਵਾਰ ਮੰਨਿਆ ਸੱਚੇ ਪਾਤਸ਼ਾਹ, ਤੇ ਅਸੀਂ ਵੀ ਫਿਰ ਪਰਿਵਾਰ ਵਾਲੇ ਬਣ ਕੇ, ਤੁਹਾਡੇ ਜੀ ਬਣ ਕੇ, ਤੁਹਾਡੇ ਬੱਚੇ ਬਣ ਕੇ, ਤੁਹਾਡੀ ਯਾਦ ਵਿੱਚ ਉਹਨਾਂ ਦਿਨਾਂ ਨੂੰ, ਉਹਨਾਂ ਸਮਿਆਂ ਨੂੰ ਯਾਦ ਕਰਕੇ ਆਪਣੀ ਹਾਜ਼ਰੀ ਤੁਹਾਡੇ ਚਰਨਾਂ ਵਿੱਚ ਲਵਾ ਦਈਏ। ਪ੍ਰੇਮ ਸਤਿਕਾਰ ਇਕਾਗਰਤਾ ਦੇ ਨਾਲ ਇੱਕ ਰਸ ਸਭ ਨੇ ਹਾਜ਼ਰੀ ਲਵਾਉਣੀ ਹੈ। ਤੇ ਗੁਰਬਾਣੀ ਪੜ੍ਹਦਿਆਂ, ਗੁਰਬਾਣੀ ਸੁਣਦਿਆਂ, ਵਿਚਾਰਦਿਆਂ ਜਾਣੇ ਅਣਜਾਣੇ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਧਰੋ ਧਿਆਨ ਗੁਰੂ ਚਰਨਾਂ ਦਾ। ਪ੍ਰੇਮ ਸਤਿਕਾਰ ਨਾਲ ਜਪੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਭਾਗਾਂ ਵਾਲਿਓ ਲਵਾ ਲਓ ਹਾਜ਼ਰੀ, ਖੱਟ ਲਓ ਲੈ ਲਓ ਗੁਰੂ ਕੇ ਦਰ ਦਾ ਲਾਹਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ। ਏਕ ਘਰੀ ਕੇ ਸਿਮਰਨੇ, ਪਾਪੀ ਤਰੇ ਅਨੇਕ। ਸਿਮਰਨ ਦੇ ਵਿੱਚ ਬੜੀ ਬਰਕਤ ਹੈ। ਇਸ ਕਰਕੇ ਪ੍ਰੇਮ ਸਤਿਕਾਰ ਨਾਲ ਆਪਣੀ ਰਸਨਾ ਤੋਂ ਆਵਾਜ਼ ਦਿਆ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਵਾਹਿਗੁਰੂ ਵਾਹਿਗੁਰੂ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਬਤ